ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਕੀ ਬਾਰ ਭਾਗ 12ਵਾਂ। ਸ਼ਲੋਕ ਮਹਲਾ ਪਹਿਲਾ। ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ, ਗਹਿਣੇ ਪਾਉਣ ਪਾਣੀ ਵੈ ਸੰਤਰ, ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਤਨ, ਬਰਤਨ ਸਰਬ ਜੰਜਾਲ। ਨਾਨਕ ਮੂਸੇ ਗਿਆਨ ਬਿਹੂਣੀ, ਖਾਈ ਗਿਆ ਜਮਕਾਲ। ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ, ਗਹਿਣੇ ਪਾਉਣ ਪਾਣੀ ਵੈ ਸੰਤਰ, ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਧਨ, ਵਰਤਣ ਸਰਬ ਜੰਜਾਲ। ਨਾਨਕ ਮੂਸੇ ਗਿਆਨ ਬਿਹੂਣੀ, ਖਾਏ ਗਿਆ ਜਮਕਾਰ। ਸਾਰਿਆਂ ਨੂੰ ਜਮ ਖਾਈ ਜਾ ਰਿਹਾ ਭਾਈ। ਜੋ ਅਸੀਂ ਦੇਖ ਰਹੇ ਹਾਂ ਸੰਸਾਰ, ਇਹ ਕੀ ਹੈ? ਇਹ ਜਮ ਮਾਰਗ ਹੈ। ਹਰ ਹਰ ਨਾਮ ਜਪੰਤਿਆਂ, ਕਿਸ ਨਾ ਕਹੇ ਜਮਕਾਲ। ਜੇ ਆਪਾਂ ਇਹ ਹਰ ਕਥਾ ਨਾਲ ਜੁੜੇ ਰਹਾਂਗੇ, ਬਾਣੀ ਨਾਲ ਜੁੜੇ ਰਹਾਂਗੇ, ਜਮ ਤੋਂ ਬਚੇ ਰਹਾਂਗੇ, ਫਿਰ ਹੀ ਸਾਨੂੰ ਬਾਣੀ ਸੱਚ ਸਮਝ ਆਊ। ਝੂਠ ਤੋਂ ਸਾਡਾ ਛੁਟਕਾਰਾ ਹੋ। ਝੂਠ ਕੀ ਹੈ? ਸੰਸਾਰ। ਇਹ ਕੀ ਹੈ? ਮ੍ਰਿਤ ਲੋਕ। ਮ੍ਰਿਤ ਲੋਕ ਦੇ ਵਿੱਚ ਜਿੰਨੀਆਂ ਪਿੱਛੇ ਤੋਂ ਅਸੀਂ ਭਗਤੀਆਂ ਕਰਦੇ ਆਏ ਹਾਂ, ਉਹ ਕਰਦੇ ਹੀ ਰਹਾਂਗੇ ਜਦ ਤੱਕ ਸੰਸਾਰ ਚੱਲਦਾ ਰਹੂਗਾ। ਪਿੱਛੇ ਆਪਾਂ ਵਿਚਾਰ ਕੀਤੀ ਸੀ ਪੌੜੀ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਸਤਿਗੁਰ ਦੀ ਪ੍ਰਾਪਤੀ ਭਾਈ ਕਰਨੀ ਹੈ, ਸੱਚ ਦਾ ਗਿਆਨ ਲੈਣਾ ਹੈ। ਨਦਰ ਤੋਂ ਬਿਨਾਂ ਕਿਵੇਂ ਲਵਾਂਗੇ? ਬਾਣੀ ਦੇ ਵਿੱਚ ਦੱਸਿਆ ਗਿਆ ਨਦਰ ਕਿਵੇਂ ਹੋਊਗੀ, ਕਿਰਪਾ ਕਿਵੇਂ ਹੋਊਗੀ। ਉਦਮ ਕਰੋ ਬੜਭਾਗੀਓ, ਸਿਮਰੋ ਹਰ ਹਰ ਰਾਏ। ਏਕ ਆਸ ਹਰ ਮਨ ਰਾਖੋ। ਇੱਕ ਹਰੀ ਦੀ ਆਸ ਰੱਖੀਏ, ਨਾਨਕ ਦੁੱਖ ਭਰਮ ਪਹੁ ਜਾਏ, ਫਿਰ ਜਾਊਗੀ। ਪਰ ਸਾਡੇ ਅੰਦਰ ਤਾਂ ਆਸਾਂ ਹੀ ਬਹੁਤ ਨੇ। ਇਸ ਕਰਕੇ ਅਸੀਂ ਸਰੀਰ ਨੂੰ ਹੀ ਪੂਰਨ ਮੰਨ ਲੈਂਦੇ ਹਾਂ। ਸਰੀਰ ਦੀਆਂ ਭਗਤੀਆਂ, ਸਰੀਰ ਦੀ ਗਤਿਆ, ਸਰੀਰ ਦੀ ਕਿਰਿਆ ਸੋਧਣੀ ਹੁੰਦੀ ਹੈ ਭਾਈ। ਆਪਦੇ ਆਪਦੇ ਧਰਮ ਅਨੁਸਾਰ ਸਾਰੇ ਹੀ ਸੋਧਦੇ ਨੇ। ਕੋਈ ਪਾਣੀ ਛੱਡ ਦਿੰਦਾ, ਕੋਈ ਜਾਲ ਦਿੰਦਾ, ਕੋਈ ਦਫਨਾ ਦਿੰਦਾ ਹੈ। ਇੱਥੇ ਆਪਾਂ ਸਮਝਣੇ ਨੇ ਦੋ ਹੀ ਪੱਖ ਆਪਾਂ ਨੂੰ ਬਾਣੀ ਸਮਝਾਉਂਦੀ ਹੈ ਗੁਰੂ ਉਪਦੇਸ਼ ਰਾਹੀਂ। ਇਹ ਆਤਮ ਗਿਆਨ ਹੈ ਬਾਣੀ। ਜਦ ਤੱਕ ਆਤਮ ਗਿਆਨ ਨਹੀਂ ਹੁੰਦਾ, ਸਾਨੂੰ ਤਿੰਨ ਲੋਕਾਂ ਦਾ ਕਿਵੇਂ ਪਤਾ ਲੱਗੂਗਾ? ਆਤਮ ਗਿਆਨ ਲੈਂਦੇ ਲੈਂਦੇ ਸਾਨੂੰ ਤਿੰਨ ਲੋਕਾਂ ਦਾ ਗਿਆਨ ਹੋ ਜਾਂਦਾ ਹੈ। ਭਗਤ ਕਬੀਰ ਜੀ ਸਮਝਾਉਂਦੇ, ਇਹ ਮਨ ਤੀਨ ਲੋਕ ਕੀ ਬਾਤ ਕਹੇ। ਫਿਰ ਤਿੰਨ ਲੋਕਾਂ ਦਾ ਇਹ ਬਿਆਨ ਕਰਦਾ ਹੈ। ਤਿੰਨ ਲੋਕ ਕੀ ਨੇ? ਇਹ ਤਿੰਨ ਮਾਇਆ 'ਚ ਨੇ। ਤ੍ਰੇਤਾ, ਦੁਆਪਰ, ਕਲਯੁਗ। ਜਦੋਂ ਅਸੀਂ ਸੱਚ ਨੂੰ ਟੁੱਟਦੇ ਹਾਂ, ਸੱਚਖੰਡ ਤੋਂ ਭਾਵ ਆਪਦੇ ਹੁਕਮ ਮੂਲ ਨਾਲ ਟੁੱਟਦੇ ਹਾਂ, ਤਾਂ ਤ੍ਰੇਤਾ ਆ ਜਾਂਦਾ। ਜਿਹੜੇ ਪਿੱਛੇ ਪ੍ਰਸੰਗ ਬਣਾਏ ਗਏ ਨੇ, ਕਹਾਣੀਆਂ ਬਣਾਈ ਗਈਆਂ, ਅਸੀਂ ਸੁਣਦੇ ਆਏ ਹਾਂ। ਸਾਡਾ ਜੀਵਨ ਇਹੋ ਜਿਹਾ ਹੀ ਹੈ। ਸਾਨੂੰ ਗਿਆਨ ਨਹੀਂ ਹੁੰਦਾ, ਅਸੀਂ ਪ੍ਰਭਾਵਿਤ ਹੋ ਜਾਂਦੇ ਹਾਂ, ਭਾਵੁਕ ਹੋ ਜਾਂਦੇ ਹਾਂ। ਰਮਾਇਣ ਦੀ, ਕ੍ਰਿਸ਼ਨ ਦੀ, ਇਹ ਆਪਾਂ ਚੰਗੀ ਤਰ੍ਹਾਂ ਵਿਚਾਰਨੇ ਹਾਂ, ਫਿਰ ਇਹ ਆਪਾਂ ਨੂੰ ਸ਼ਲੋਕ ਸਮਝ ਆਊਗਾ। ਦੋ ਹੀ ਪੱਖ ਸਮਝਾਂਗੇ ਤਾਂ। ਗੋਪੀਆਂ ਕੀ ਨੇ? ਉਹ ਤ੍ਰੇਤੇ ਜਦੋਂ ਅਸੀਂ ਆ ਜਾਂਦੇ ਹਾਂ। ਤ੍ਰੇਤੇ ਰਥ ਜਤੇ ਕਾ, ਯਤਨ ਹੋ ਜਾਂਦਾ ਸ਼ੁਰੂ। ਜਦੋਂ ਅਸੀਂ ਹੁਕਮ ਨਾਲ ਟੁੱਟ ਜਾਂਦੇ ਹਾਂ, ਵਿਆਕਲ ਹੋ ਜਾਂਦੇ ਹਾਂ, ਸਰੀਰ ਨਹੀਂ ਹੁੰਦਾ। ਉਹਨੂੰ ਦੇਵਲੋਕ ਕਹਿੰਦੇ ਆ ਬਾਣੀ। ਉਦੋਂ ਕੋਈ ਸਰੀਰ ਨਹੀਂ ਧਾਰਿਆ ਹੁੰਦਾ, ਕੋਈ ਚਿੰਤਾ ਨਹੀਂ ਹੁੰਦੀ। ਪਰ ਚਿੰਤਾ ਹੁੰਦੀ ਹੈ ਹੁਕਮ ਨਾਲ ਟੁੱਟੇ ਦੀ। ਵਿਚਾਰ ਚੱਲਦੀ ਹੈ ਸਾਡੇ ਅੰਦਰ, ਯਤਨ ਕਰਦੇ ਹਾਂ। ਉਹ ਸਾਨੂੰ ਕਿਵੇਂ ਪਤਾ ਲੱਗਦਾ? ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲ ਕੇ ਪਤਾ ਲੱਗਦਾ। ਸੰਸਾਰ ਤਾਂ ਅੰਨ ਹੈ। ਤੁਰਕੀ ਬਾਣੀ ਆਈ ਜਿਨ ਸਗਲੀ ਚਿੰਤ ਮਿਟਾਈ। ਇਹ ਚਿੰਤਾ ਮੁਕਤ ਹੈ ਬਾਣੀ। ਫਿਰ ਹੀ ਸਤਿਗੁਰ ਦਾ ਗਿਆਨ ਆਪਣੇ ਕੋਲ ਹੀ ਪਿਆ ਵਾ। ਸਤਿਗੁਰ ਦਾ ਗਿਆਨ ਅਸੀਂ ਲਵਾਂਗੇ, ਸਤਿਗੁਰ ਦਰਸ਼ਨ ਤੋਂ ਬਾਅਦ ਫਿਰ ਉਹ ਤੁਰਕੀ ਬਾਣੀ ਸੁਣੂਗੀ, ਫਿਰ ਹੀ ਆਪਦੇ ਘਰ ਪਹੁੰਚਾਂਗੇ। ਤ੍ਰੇਤੇ ਤੋਂ ਫਿਰ ਜਿਹੜੀ ਕਮਾਈ ਕਰਦਾ ਹੈ, ਗੁਰਸੇਵਾ ਅਤੇ ਭਗਤ ਕਮਾਈ, ਤਾਵੇ ਮਾਨਸ ਦੇਹ ਪਾਈ, ਫਿਰ ਸਾਨੂੰ ਦੇਹੀ ਮਿਲਦੀ ਹੈ। ਫਿਰ ਅਸੀਂ ਦੁਆਪਰ 'ਚ ਆ ਜਾਂਦੇ ਹਾਂ। ਇਹ ਅਵਸਥਾ ਦੇ ਨਾਂ ਨੇ ਆਤਮਾ ਦੇ, ਕੋਈ ਅਲੱਗ ਅਲੱਗ ਯੁੱਗ ਨਹੀਂ। ਪਰ ਇਹਦਾ ਵੀ ਬਹੁਤ ਭਰਮ ਪੈ ਗਿਆ, ਕਿਉਂਕਿ ਅਸੀਂ ਸੰਸਾਰੀ ਜੀਵ ਸੀ, ਸਾਨੂੰ ਗਿਆਨ ਨਹੀਂ ਸੀ। ਅਸੀਂ ਉਵੇਂ ਮੰਨਦੇ ਆਏ ਹਾਂ ਪਿੱਛੇ ਤੋਂ। ਹੁਣ ਇੱਥੇ ਆਪਣੇ ਭਰਮ ਕੇ ਪਰਦੇ ਸਤਿਗੁਰ ਖੋਲ੍ਹੇ, ਸੱਚ ਦੇ ਗਿਆਨ ਨਾਲ ਇਹ ਪਰਦੇ ਖੁੱਲ੍ਹਣੇ ਨੇ। ਭਰਮ ਜਾਣਾ ਵਾ। ਤ੍ਰੇਤੇ ਤੋਂ ਹੁਕਮ ਹੁੰਦਾ ਹੈ, ਜੰਮਣਾ ਮਰਨਾ ਹੁਕਮ ਹੈ, ਭਾਣੇ ਆਵੇ ਜਾ। ਹੁਕਮ ਦੀ ਫੇਰ ਲੋੜ ਪਈ। ਹੁਕਮ ਤੋਂ ਬਿਨਾਂ ਤਾਂ
ਸ੍ਰਿਸ਼ਟੀ ਨਹੀਂ ਚੱਲ ਸਕਦੀ। ਪਿੱਛੇ ਵੀ ਆਪਾਂ ਵਿਚਾਰਿਆ, ਭੈਵੇਂ ਚੱਲੇ ਪਵਨ ਸਦਬਾਹੋ, ਭੈਵੇਂ ਚੱਲੇ ਲੱਖ ਦਰਿਆਓ। ਸਾਰੇ ਹੁਕਮ, ਸਾਰੀ ਸ੍ਰਿਸ਼ਟੀ ਹੁਕਮ ਚੱਲ ਰਹੀ ਹੈ, ਪਰ ਸਾਨੂੰ ਗਿਆਨ ਨਹੀਂ। ਉਹ ਹੁਕਮ ਦਾ ਦਰਸ਼ਨ ਕਰਨਾ ਜਿਹਦੀ ਕਿਰਪਾ ਨਾਲ ਸਾਰਾ ਕੁਛ ਹੋ ਰਿਹਾ ਵਾ। ਤ੍ਰੇਤੇ 'ਚ ਹੁਕਮ ਹੋਇਆ, ਫਿਰ ਦੁਆਪਰ ਆ ਗਿਆ। ਸਰੀਰ ਨਹੀਂ ਮਿਲਿਆ ਹਲੇ, ਹੁਕਮ ਨਾਲ ਸਰੀਰ ਬਣਾ ਰਿਹਾ ਵਾ, ਉੱਥੇ ਵੀ ਉਹਦੀ ਕਿਰਪਾ ਚੱਲ ਰਹੀ ਹੈ। ਜਿੰਤੂ ਸਾਜ ਸਵਾਰ ਸੰਗਾਰਿਆ, ਗਰਭ ਅਗਨ ਮੇ ਜਿਹਨੇ ਉਵਾਰਿਆ, ਉੱਥੇ ਵੀ ਇਹਦਾ ਸ਼ਿੰਗਾਰ ਲਾਇਆ ਜਾਂਦਾ ਹੈ। ਜਦੋਂ ਅਸੀਂ ਫਿਰ ਗਰਭ ਮਾਤ ਲੋਕ 'ਚੋਂ ਬਾਹਰ ਆ ਜਾਂਦੇ ਹਾਂ, ਕਾਲਾ ਤਾਂ ਮਨ ਉਦੋਂ ਹੀ ਹੋ ਜਾਂਦਾ ਹੈ ਜਦੋਂ ਚੇਤਨਾ ਮਾਇਆ ਨਾਲ ਲਿਪਤ ਹੋ ਕੇ ਸਰੀਰ ਬਣਾਉਂਦੀ ਹੈ। ਦੁਆਪਰ ਕ੍ਰਿਸ਼ਨ ਮੁਰਾਰ, ਕ੍ਰਿਸ਼ਨ ਤੋਂ ਭਾਵ ਕਾਲਾ, ਹਨੇਰਾ ਇਹਦੇ ਅੰਦਰ ਆ ਜਾਂਦਾ ਹੈ। ਉਸ ਤੋਂ ਬਾਅਦ ਜਦੋਂ ਜਨਮ ਲੈ ਕੇ ਬਾਹਰ ਆਉਂਦਾ, ਫਿਰ ਕੀ ਆ ਗਿਆ? ਕਲਯੁਗ। ਕਲਪਨਾ ਸ਼ੁਰੂ ਹੋ ਗਈ, ਹੁਕਮ ਨਾਲੋਂ ਟੁੱਟ ਗਿਆ। ਫਿਰ ਬਹੁਤ ਰੋਇਆ। ਪਹਿਲਾਂ ਰੋਇਆ ਤ੍ਰੇਤੇ 'ਚ, ਰੋਵੇ ਰਾਮ ਨਿਕਾਲਾ ਪਿਆ। ਜਿਵੇਂ ਅਸੀਂ ਰਮਾਇਣ ਦੇਖਦੇ ਹਾਂ, ਇਹ ਨਿਰਾਕਾਰ ਦੁਨੀਆ ਦੀ ਭਾਵਕਾਰ ਤੋਂ ਰਹਿਤ ਆਤਮ ਗਿਆਨ ਦੀ ਗੱਲ ਹੈ, ਬ੍ਰਹਮ ਗਿਆਨ ਦੀ ਗੱਲ ਹੈ। ਬ੍ਰਹਮ ਗਿਆਨ ਦਾ ਦਰਸ਼ਨ ਕੀਤਾ ਜਾ ਸਕਦਾ ਹੈ ਮਨ ਬੁੱਧੀ ਨਾਲ। ਪ੍ਰਸੰਗ ਨਹੀਂ ਉਹਦਾ ਕੋਈ ਬਣਾਇਆ ਜਾ ਸਕਦਾ। ਜੇ ਪ੍ਰਸੰਗ ਬਣਾਵਾਂਗੇ ਵੀ ਉਹਨੂੰ ਆਪਾਂ ਸਹੀ ਸਾਬਤ ਨਹੀਂ ਕਰ ਸਕਦੇ ਸੰਸਾਰ ਦੇ ਵਿੱਚ। ਕਿਉਂ ਨਹੀਂ ਕਰ ਸਕਦੇ? ਕਿ ਸੰਸਾਰ 'ਚ ਐਸੀ ਕੋਈ ਚੀਜ਼ ਹੀ ਨਹੀਂ ਹੈ। ਫਿਰ ਹੀ ਆਪਾਂ ਉਹਦੀ ਬਰਾਬਰੀ ਦੇਵਾਂਗੇ। ਇਹ ਮਾਇਆ ਦਾ ਦੇਸ਼ ਹੈ, ਉਹ ਧਿਆਨ ਦੀ ਦੁਨੀਆ ਮਾਂ, ਕਿਵੇਂ ਕਰਾਂਗੇ? ਫਿਰ ਜਦੋਂ ਹੁਕਮ ਨਾਲ ਟੁੱਟਦਾ ਬਹੁਤ ਰੋਂਦਾ, ਅੱਖਾਂ ਖੁੱਲ੍ਹਦੀਆਂ ਸਾਡੇ ਸੰਸਾਰੀ ਰਿਸ਼ਤੇ ਪੈ ਜਾਂਦੇ ਆ, ਕੰਨ ਸੁਣਦੇ ਨੇ, ਤੇਰ ਮੇਰ ਸ਼ੁਰੂ ਹੋ ਜਾਂਦੀ ਹੈ, ਜੀਭ ਸਵਾਦ ਨਾਲ ਲੱਗ ਜਾਂਦੀ ਹੈ। ਫਿਰ ਜਾਣ ਨੂੰ ਇੱਥੋਂ ਜੀਅ ਨਹੀਂ ਕਰਦਾ, ਬਸ ਰਲਗੱਡ ਹੋ ਜਾਂਦਾ ਵਾ। ਮਾਇਆ ਆਪ ਦਾ ਖੇਲ ਬਤਾ ਦਿੰਦੀ ਹੈ। ਮਾਇਆ ਆਗਨ ਇੱਕੋ ਜੀ ਕਰਤੇ ਖੇਲ ਰਚਾਇਆ। ਖੇਲ ਕਿਹਨੇ ਰਚਾਇਆ? ਕਰਤੇ ਨੇ। ਫਿਰ ਆਪਾਂ ਇਹ 'ਚ ਕੀ ਕਰ ਸਕਦੇ? ਹੁਣ ਕਰਤੇ ਅੱਗੇ ਹੱਥ ਜੋੜੇ ਕਰਾਂਗੇ ਆਪਾਂ। ਕਰਤੇ ਦੀ ਤਾਂ ਬਾਣੀ ਆਪਾਂ ਨੂੰ ਗਿਆਨ ਕਰਾ ਰਹੀ ਹੈ। ਜਿਹੜੇ ਪਹਿਲੇ ਧਰਮ ਕਰਮ ਕੀਤੇ ਅਸੀਂ ਸਾਰੇ ਸਰੀਰ ਕਰਕੇ, ਹਟ ਜੋਗ ਤਪ ਜੋਗ, ਘਰ-ਬਾਰ ਛੱਡ ਕੇ ਚੱਲਣਾ, ਚਲੇ ਜਾਣਾ। ਜਤੀ ਸਦਾਵੇ ਜੁਗਤ ਨ ਜਾਣੇ, ਛੱਡ ਵਏ ਘਰ-ਬਾਰ। ਸਰੀਰ ਨੂੰ ਹੀ ਰੱਬ ਮੰਨਣ ਲੱਗ ਗਏ, ਸਰੀਰ ਨੂੰ ਹੀ ਭਗਵਾਨ ਮੰਨਣ ਲੱਗ ਗਏ, ਸਰੀਰ ਨੂੰ ਹੀ ਸੰਤ, ਸਰੀਰ ਨੂੰ ਹੀ ਸਤਿਗੁਰ, ਸਰੀਰ ਨੂੰ ਹੀ ਵਿਦਵਾਨ। ਕਿੰਨੀਆਂ ਕਿੰਨੀਆਂ ਕੈਟਾਗਰੀਆਂ ਬਣ ਗਈਆਂ। ਜੋ ਜੋ ਜਗਤ ਮੈਂ ਪਿਆਸ ਸਿਆਣਾ, ਤਿੰਨ ਤਿੰਨ ਆਪਣਾ ਰਾਹੋਂ ਚਲਾਣਾ। ਕੁਦਰਤ ਭਾਵ ਹੁਕਮ, ਉਹ ਸਾਡੀ ਪਕੜ ਤੋਂ ਗਾਇਬ ਹੋ ਗਿਆ। ਹੁਕਮ ਤਾਂ ਹੈ, ਉਹ ਤਾਂ ਸਰਵ ਵਿਆਪੀ ਹੈ, ਉਹਦੇ ਬਿਨਾਂ ਸ੍ਰਿਸ਼ਟੀ ਹੀ ਨਹੀਂ ਚੱਲ ਸਕਦੀ। ਸਾਡਾ ਸਾਹ ਕਿਵੇਂ ਚੱਲੂ ਫਿਰ? ਜਿਹੜੀ ਅੰਤਰਾਤਮਾ ਦੀ ਆਵਾਜ਼ ਹੈ, ਰਾਮ ਹੈ, ਉਹ ਹੁਕਮ 'ਤੇ ਖੜ੍ਹਾ ਹੈ। ਇਹ ਸੀਤਾ ਲਕਸ਼ਮਣ ਕਦੋਂ ਲੱਗ ਹੁੰਦੇ ਨੇ? ਕਲਯੁਗ ਦੇ ਵਿੱਚ ਆ ਕੇ, ਪਹਿਲਾਂ ਨਾਲ ਹੀ ਹੁੰਦੇ ਨੇ। ਹੁਣ ਮਨ ਬੁੱਧੀ ਲਕਸ਼ਮਣ, ਬੁੱਧੀ ਸੀਤਾ, ਹੁਣ ਇਹਨੇ ਤਿਆਗ ਕਰਕੇ ਮਾਇਆ ਦਾ ਫਿਰ ਰਾਮ ਕੋਲੇ ਵਾਪਸ ਜਾਣਾ। ਪਰ ਆਪਦੀ ਮਤ ਨਾਲ ਤਾਂ ਆਪਾਂ ਇਹ ਤਿਆਗ ਨਹੀਂ ਕਰ ਸਕਦੇ। ਆਪਾਂ ਉਲਝ ਤਾਂ ਸਕਦੇ ਹਾਂ, ਸੁਲਝ ਨਹੀਂ ਸਕਦੇ। ਬਾਣੀ ਰਾਹੀਂ ਸੁਲਝਣਾ ਆਪਾਂ, ਤਾਂਹੀਓ ਤਾਂ ਆਪਾਂ ਫਸੀ ਜਾਂਦੇ ਹਾਂ, ਕੁਰਾਏ ਪੈ ਗਏ। ਜਿਵੇਂ ਕ੍ਰਿਸ਼ਨ ਦਾ ਦਿਖਾਉਂਦੇ ਨੇ ਗੋਪੀਆਂ ਨੂੰ, ਪਾਣੀ 'ਚੋਂ ਕਹਿੰਦਾ ਬਾਹਰ ਆਓ, ਕਿ ਦੇਵਤੇ ਭਗਵਾਨ ਐਸਾ ਗਿਆਨ ਦਿੰਦੇ ਨੇ, ਐਸੀ ਕਲਾ ਖੇਡਦੇ ਨੇ। ਉਹ ਸਮਝਣ 'ਚ ਫਰਕ ਪੈ ਗਿਆ, ਸਮਝਾਉਣ 'ਚ ਫਰਕ ਪੈ ਗਿਆ। ਕੀ ਗੱਲ ਅਸਲੀ, ਉਹ ਸਾਨੂੰ ਕਿਵੇਂ ਪਤਾ ਲੱਗੂ? ਉਹ ਗੁਰੂ ਭਗਤ ਸਾਹਿਬਾਨਾਂ ਦੇ ਮਾਰਗ 'ਤੇ ਚੱਲ ਕੇ। ਨਦੀਆਂ ਪਵੇ ਸਮੁੰਦਰ ਨਾ ਜਾਣੀ, ਨਦੀਆਂ ਨਾਲੇ ਨਹੀਂ ਜਾਣਦੇ ਸਮੁੰਦਰ ਨੂੰ, ਪਰ ਸਮੁੰਦਰ ਦਾ ਰੂਪ ਹੋ ਜਾਂਦੇ ਨੇ। ਐਵੇਂ ਗੁਰਸਿੱਖ ਗੁਰੂ ਸ਼ਬਦ ਦੀ ਕਮਾਈ ਕਰਕੇ ਜਦੋਂ ਉਹ 'ਚ ਲੈਅ ਹੋ ਜਾਂਦੀ ਹੈ, ਆਤਮਾ ਪ੍ਰਾਤਮਾ 'ਚ ਲੈਅ ਹੋ ਜਾਂਦੀ, ਫਿਰ ਇਹ ਸਾਰੀ ਖੇਲ ਸਮਝ ਆਉਂਦੀ ਹੈ। ਇਹ ਦੇਵ ਲੋਕ ਹੀ ਸਾਰੀ ਖੇਲ ਆਪਾਂ ਨੂੰ ਸਮਝ ਆਉਣੀ ਹੈ ਜਾ ਕੇ। ਫਿਰ ਇਹਦਾ ਜਸ ਕੀਤਾ ਜਾਣਾ, ਫਿਰ ਇਹਨੂੰ ਬਿਆਨ ਕਰ ਸਕਦੇ। ਪਹਿਲਾਂ ਨਹੀਂ ਉਦੋਂ ਬਿਆਨ ਕਰ ਸਕਦੇ। ਜੋ ਅਸੀਂ ਪਹਿਲਾਂ ਬਿਆਨ ਕਰਦੇ ਹਾਂ, ਆਪਦੀ ਬੁੱਧ ਨਾਲ ਅਰਥਾ ਰਹੇ ਹਾਂ, ਤਾਂ ਤਾਂ ਕਿਰਾਏ ਪੈ ਰਹੇ ਹਾਂ। ਇਹ ਯੁੱਗ ਸੀ, ਇਹ ਵੀ ਆਤਮਾ ਦੀ ਅਵਸਥਾ ਦੇ ਨਾਂ ਸੀ। ਜਿਵੇਂ ਜਿਵੇਂ ਹੁਣ ਆਤਮਾ ਦੀ ਅਵਸਥਾ ਬਦਲੂਗੀ, ਉਵੇਂ ਉਵੇਂ ਸੰਸਾਰ 'ਚ ਸਾਡਾ ਛੁਟਕਾਰਾ ਹੋਊਗਾ। ਪਹਿਲੜੀ ਲਾਮ ਪ੍ਰਵਿਰਤ ਮਾਰਗ ਦੜਾਇਆ ਬਲਰਾਮ ਜੀਓ। ਪਹਿਲੜੀ ਲਾਮ ਤੋਂ ਭਾਵ ਜੁੜਨਾ। ਜਿਵੇਂ ਬੱਚਾ ਉਹ ਧੀ ਆਪਣੀ ਘਰ ਛੱਡਦੀ ਹੈ, ਦੂਏ ਪਰਿਵਾਰ ਨਾਲ ਜੁੜਦੀ ਹੈ, ਐਵੇਂ ਅਸੀਂ ਇਹ ਲੋਕ ਛੱਡ ਕੇ ਪਰਲੋਕ ਨਾਲ ਜੁੜਨਾ। ਪਰ ਸਾਨੂੰ ਤਾਂ ਗਿਆਨ ਹੀ ਨਹੀਂ, ਕਿਵੇਂ ਜੁੜਾਂਗੇ? ਇਹ ਗਿਆਨ ਕਿਵੇਂ ਹੋਊਗਾ? ਨਦਰ ਕਰੇ ਜੇ ਆਪਣੀ, ਤਾਂ ਨਦਰ ਹੀ ਸਤਿਗੁਰ ਪਾਇਆ। ਇਹ ਨਦਰ ਲੈਣੀ ਆ ਭਾਈ, ਗੁਰ ਸ਼ਬਦ ਦੀ ਕਮਾਈ ਕਰਨੀ ਹੈ, ਬਾਣੀ ਨੂੰ ਸੁਣਨਾ। ਹੁਣ ਆਪਾਂ ਸਤਿਗੁਰਾਂ ਦੇ ਵਚਨ ਨੂੰ ਵਿਚਾਰੀਏ। ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ। ਗੋਪੀਆਂ ਸਾਡੀਆਂ ਜਿਹੜੀਆਂ ਗੋਪੀਆਂ ਬਣਾਈਆਂ ਕ੍ਰਿਸ਼ਨ ਦੀਆਂ, ਉਹ ਸੰਸਾਰੀ ਸਰੀਰ ਕਰਕੇ ਨੇ, ਇੱਥੇ ਆਤਮਾ ਕਰਕੇ ਨੇ। ਕੌਣ ਘੜਦਾ ਆਉਂਦਾ ਹੈ?
ਸਤਿਗੁਰ ਜਾਗਤਾ ਹੈ ਦਿਓ, ਭੋਲੀ ਮਾਲ ਨਹੀਂ ਹੈ। 84 ਲੱਖ ਜੂਨੀ ਦੇ ਵੀ ਸਤਿਗੁਰ ਜਾਗਦਾ ਹੈ। ਮਨ ਬੁੱਧੀ ਹਰ ਇੱਕ ਜੂਨੀ 'ਚ ਆ ਕੇ ਸੌਂ ਜਾਂਦੇ ਨੇ। ਘੜ ਘੜ ਕੇ ਇੱਥੇ ਤੱਕ ਆ ਗਈਆਂ ਭਾਈ, ਘੜ ਕੇ 84 ਲੱਖ ਤੋਂ ਇੱਥੇ ਤੱਕ ਪਹੁੰਚ ਗਿਆ, ਮਨੁੱਖਾ ਦੇਹੀ ਤੱਕ ਆ ਗਿਆ, ਫਿਰ ਸੰਸਾਰ ਨਾਲ ਜੁੜ ਗਿਆ। ਇੰਨਾ ਬੁਰਾ ਫਸ ਗਿਆ, ਹੁਣ ਇਹਨੂੰ ਸਮਝ ਹੀ ਨਹੀਂ ਹੈਗੀ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਆਪਦੇ ਮੂਲ ਨੂੰ ਹੀ ਭੁੱਲ ਗਿਆ, ਕੁਦਰਤ ਨੂੰ ਭੁੱਲ ਗਿਆ ਸੀ, ਰੱਬ ਨੂੰ ਭੁੱਲ ਗਏ, ਪਰਮੇਸ਼ਰ ਨੂੰ ਭੁੱਲ ਗਏ। ਪਰਮੇਸ਼ਰ ਤੋਂ ਭੁੱਲਿਆ ਵਿਆਪਣ ਸਭੇ ਰੋਗ। ਫਿਰ ਰੋਗ ਹੀ ਰੋਗ ਕੀ ਹੈ ਭਾਈ? 84 ਲੱਖ ਜੂਨੀ ਨੂੰ ਫਿਰ ਸਰੀਰ ਦੇ ਰੋਗ ਵੀ ਆਉਣਗੇ, ਜੰਮਣ ਮਰਨ ਦਾ ਰੋਗ ਵੀ ਇਵੇਂ ਰਹੂਗਾ। ਇੱਥੋਂ ਹੁਣ ਆਪਾਂ ਸਮਝਣਾ ਵਾ, ਸਤਿਗੁਰਾਂ ਦੀ ਰਹਿਮਤ ਲੈਣੀ ਹੈ। ਇਹ ਗੋਪੀਆਂ ਸੁਰਤੀਆਂ ਘੜ ਘੜ ਕੇ ਕੌਣ ਲਿਆ? ਸਤਿਗੁਰ ਲਿਆ ਰਿਹਾ। ਇੱਥੇ ਆ ਕੇ ਕੀ ਹੋ ਗਿਆ? ਤੇ ਗੋਪੀ ਨੇ ਕੀ ਗਲਤੀ ਕਰ ਲਈ? ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ। ਮਨ ਦੇ ਪਿੱਛੇ ਲੱਗ ਗਈ ਗੋਪੀ। ਇੱਥੇ ਉਹਨੇ ਪਹਿਰ ਲਈ, ਮਨ ਦੇ ਮਗਰ ਬੁੱਧੀ ਚੱਲਦੀ ਹੈ। ਹੁਣ ਆਪਣੀ ਮਨ ਨੂੰ ਖੁਸ਼ ਕਰਨ ਲੱਗੀ ਹੋਈ ਹੈ। ਕਿਵੇਂ ਜਾਊਗੀ ਹੁਣ? ਇਹ ਸੀਤਾ ਲਕਸ਼ਮਣ ਕਿਵੇਂ ਵਾਪਸ ਜਾਣਗੇ? ਭਰਮ ਰਾਵਣ ਨੇ ਫੜ ਲਏ, ਰਾਵਣ ਕੱਢ ਕੇ ਲੈ ਗਿਆ। ਇਹ ਰਾਵਣ ਹੁਣ ਮਰੂਗਾ ਰਾਮ ਦੇ ਬਾਣ ਨਾਲ। ਰਾਮ ਦੇ ਬਾਣ ਕਿਹੜੇ ਆ? ਬਾਣੀ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ। ਰਾਮ ਰਾਜੇ ਦੇ ਬਾਣ, ਬਾਣੀ ਜਿਹੜੀ ਅਸੀਂ ਤੀਰ ਦੇਖਦੇ ਹਾਂ ਚਲਾਉਂਦੇ ਨੇ ਪ੍ਰਸੰਗ ਦੇ ਵਿੱਚ, ਕਹਾਣੀਆਂ 'ਚ, ਇਹ ਬਾਣੀ ਤੀਰ ਹੈ, ਇਹਦੇ ਨਾਲ ਮਰਨਾ ਹੈ ਰਾਵਣ ਮਨ ਨੇ। ਪਰ ਹੁਣ ਤਾਂ ਬੁੱਧੀ ਮਨ ਦੇ ਪਿੱਛੇ ਲੱਗੀ ਹੋਈ ਹੈ, ਮਨ ਨੂੰ ਖੁਸ਼ ਕਰਨ ਲੱਗੀ ਹੋਈ ਆ। ਹੁਣ ਮਨ ਨੂੰ ਕਿਵੇਂ ਛੱਡ ਕੇ ਜਾਵੇ? ਇਹਨੂੰ ਛੱਡਣ ਦਾ ਗਿਆਨ ਹੀ ਨਹੀਂ। ਤਾਂ ਸਤਿਗੁਰਾਂ ਨੇ ਸਮਝਾਇਆ ਸਾਨੂੰ, ਗੁਰ ਕੀ ਮਤ ਤੂੰ ਲਿਹੋ ਆਣੇ, ਭਗਤੀ ਬਿਨਾ ਵੈ ਡੁੱਬੇ ਸਿਆਣੇ। ਤੂੰ ਭਾਈ ਨਹੀਂ ਨਿਕਲ ਸਕਦਾ ਆਪਦੀ ਮਤ ਨਾਲ, ਉਹਦੀ ਕਿਰਪਾ ਲੈ ਲਾ। ਉਹ ਕਿਰਪਾ ਆਪਾਂ ਲੈਣੀ ਹੈ। ਕਿਰਪਾ ਕਰੇ ਤਾਂ ਆਪਣੀ, ਤਾਂ ਗੁਰ ਕਾ ਸ਼ਬਦ ਕਮਾਏ। ਗੁਰ ਸ਼ਬਦ ਦੀ ਕਮਾਈ ਕਰਾਂਗੇ, ਇਹ 'ਚੋਂ ਗਿਆਨ ਪੈਦਾ ਹੁੰਦਾ। ਸਾਨੂੰ 3 ਲੋਕਾਂ ਦਾ ਗਿਆਨ ਹੋ ਜਾਂਦਾ, ਚਾਨਣ ਹੋ ਜਾਂਦਾ ਸਾਡੇ ਅੰਦਰ। ਜਿਹੜਾ ਹਨੇਰਾ ਉਹ ਖਤਮ ਹੋ ਜਾਂਦਾ। ਹਨੇਰੇ ਦਾ ਦੁਸ਼ਮਣ ਕੀ ਹੈ? ਚਾਨਣ। ਲਾਈਟ ਚਲਾ ਦਈਏ, ਹਨੇਰਾ ਲੱਭਦਾ ਹੀ ਨਹੀਂਗਾ। ਲਾਈਟ ਗਈ, ਹਨੇਰਾ ਫਿਰ ਆਇਆ। ਇਵੇਂ ਭਰਮ ਬਣਿਆ ਹੀ ਰਹਿੰਦਾ ਸਾਡਾ। ਤਾਂ ਸਤਿਗੁਰਾਂ ਨੇ ਸਮਝਾਇਆ, ਸਾਂਸ ਸਾਂਸ ਸਿਮਰੋ ਗੋਬਿੰਦ, ਲੱਗਾ ਹੀ ਰਹਿਣਾ, ਰੋਜ਼ ਕਰਦੇ ਰਹਿਣਾ। ਥੋੜ੍ਹੀ ਥੋੜ੍ਹੀ ਤਿਆਰੀ, ਹਨੇਰਾ ਘਟਦਾ ਚਲਿਆ ਜਾਵੇ, ਚਾਨਣ ਵੱਧ ਜਾਵੇ। ਪਰ ਅਸੀਂ ਕਰਦੇ ਹੀ ਨਹੀਂ। ਪੜ੍ਹ ਲੈਂਦੇ ਹਾਂ ਸੰਜਾਮ ਲਾਗ ਭਵ ਜਲ ਤਰਨ ਕੇ, ਰੋਜ਼ ਰਹਿ ਰਸ ਵੀ ਪੜ੍ਹਦੇ ਹਾਂ, ਕੀਰਤਨ ਸੋਲਾ ਹੀ ਪੜ੍ਹਦੇ ਹਾਂ। ਜਨਮ ਬਿਰਥਾ ਜਾਤ ਰੰਗ ਮਾਇਆ ਕੇ, ਇਹ ਭੁਲੱਕੜ ਵਾ, ਭੁੱਲ ਜਾਂਦਾ ਹੈ। ਬੁੱਧੀ ਫਿਰ ਭੁੱਲ ਜਾਂਦੀ ਹੈ। ਜਦੋਂ ਗੁਰ ਸ਼ਬਦ 'ਚੋਂ ਬੁੱਧੀ ਸੂਝਵਾਨ ਹੋ ਜਾਂਦੀ, ਅਕਲ ਲੈ ਲੈਂਦੀ। ਅਕਲਗਤ ਗੁਰ ਤੇ ਜਾਣੀ, ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਸਾਹਿਬ ਸੇਵੀਏ, ਅਕਲੀ ਕੀਜੀਏ ਦਾਨ। ਫਿਰ ਇਹਨੂੰ ਸਮਝ ਆਉਂਦੀ ਹੈ, ਫਿਰ ਇਹ ਮਨ 'ਤੇ ਵਿਜੇ ਪ੍ਰਾਪਤ ਕਰਦੀ ਹੈ, ਫਿਰ ਇਹ ਮਨ ਨੂੰ ਜਿੱਤਦੀ ਹੈ। ਗੋਪੀ ਮਨ ਜੀਤੇ ਜਗ ਜੀਤ। ਫਿਰ ਤਾਂ ਸੰਸਾਰ 'ਚੋਂ ਕੰਮ ਮੁੱਕ ਜਾਂਦਾ। ਪਰ ਸਾਡਾ ਤਾਂ ਸੰਸਾਰ 'ਚੋਂ ਮੁੱਕਿਆ ਹੀ ਨਹੀਂ। ਸਾਡੀ ਤਾਂ ਗੋਪੀਆਂ ਵੀ ਹੈ ਇੱਥੇ, ਸੰਤ ਵੀ ਹੈ ਇੱਥੇ, ਸਤਿਗੁਰ ਵੀ ਹੈ ਇੱਥੇ, ਸਾਰੀਆਂ ਪ੍ਰਾਪਤੀਆਂ ਇੱਥੇ, ਸਾਰੀਆਂ ਡਿਗਰੀਆਂ। ਇਹ ਤਾਂ ਅੰਮ੍ਰਿਤ ਲੋਕ ਹੈ ਭਾਈ। ਛੁਡਾ ਲੈਣਾ ਕਾਲ ਨੇ ਆਪਾਂ ਤੋਂ। ਮਰਨ ਲਿਖਾਏ ਮੰਡਲ ਮੇ ਆਏ, ਇੱਥੇ ਨਹੀਂ ਰਹਿ ਸਕਦਾ ਕੋਈ ਵੀ। ਇਹ ਤਾਂ ਕੁਛ ਟਾਈਮ ਲਈ ਆਪਾਂ ਆਏ ਹਾਂ, ਵਪਾਰ ਕਰਨ ਆਇਆ ਇਹ ਜੀਵ। ਨਾਮ ਕੇ ਵਪਾਰੀ, ਹੀਰਾ ਹਾਥ ਚੜ੍ਹਿਆ ਨਿਰਮੋਲ, ਛੂਟ ਗਈ ਸੰਸਾਰੀ। ਛੱਡਣਾ ਨਹੀਂ ਕੋਈ ਚਾਹੁੰਦਾ। ਜਦੋਂ ਪਰ ਸੱਚ ਦਾ ਗਿਆਨ ਹੋ ਜਾਂਦਾ ਹੈ, ਫਿਰ ਸੰਸਾਰ ਸੁੱਟਦਾ। ਆਪਦੀ ਮੱਤ ਨਾਲ ਨਹੀਂ ਸੁੱਟਦਾ। ਅਸੀਂ ਗੱਠ ਤਾਂ ਪਾ ਸਕਦੇ ਹਾਂ, ਖੋਲ ਨਹੀਂ ਸਕਦੇ ਹੈਗੇ। ਕਿਵੇਂ ਪ੍ਰਾਪਤੀ ਹੋਊ ਆਪਾਂ ਨੂੰ ਫਿਰ? ਇਹ ਸਾਡੇ ਤਾਂ ਸਾਰੇ ਜਿਹੜੇ ਰਿਸ਼ਤੇ ਨੇ, ਰੱਬ ਵੀ ਬੰਦਾ, ਸਤਿਗੁਰ ਵੀ ਬੰਦਾ, ਸਾਰੇ ਤਾਂ ਮਨੁੱਖ ਨੂੰ ਪਦਵੀਆਂ ਦੇਤੀਆਂ। ਉਹ ਇਹ ਤਾਂ ਅੰਮ੍ਰਿਤ ਲੋਕ ਹੈ, ਮਿੱਟੀ ਹੈ ਭਾਈ। ਮਾਟੀ ਕਾ ਪੁਤਰਾ ਕੈਸੇ ਨਚਤਾ ਹੈ। ਬਾਬਾ ਫਰੀਦ ਜੀ ਕੀ ਸਮਝਾਉਂਦੇ ਆ? ਫਰੀਦਾ ਗੋਰ ਨਮਾਣੀ ਸੰਢ ਕਰੇ। ਗੋਪੀ ਸੰਢ ਕਰਦੀ, ਆਵਾਜ਼ ਕਰਦੀ ਹੈ, ਨਿਘਰਿਆਂ ਘਰ ਆਓ। ਜਦੋਂ ਬੁੱਧੀ ਗਿਆਨਵਾਨ ਹੋ ਜਾਂਦੀ ਹੈ, ਮਨਾ ਆਪਾਂ ਆਪਦੇ ਘਰ ਚੱਲੀਏ। ਸਰ ਪਰ ਇੱਥੇ ਆਪਣਾ, ਉੱਥੇ ਹੀ ਜਾਣਾ ਆਪਾਂ। ਇੱਥੇ ਕਿਸੇ ਨੇ ਨਹੀਂ ਆਪਾਂ ਨੂੰ ਰਹਿਣ ਦੇਣਾ। ਮਰਨੋਂ ਨਾ ਡਰਿਓ, ਮਰਨ ਤੋਂ ਨਾ ਡਰ। ਅਸੀਂ ਸਾਰੇ ਮਰਨ ਤੋਂ ਡਰਦੇ ਹਾਂ। ਜੇ ਅਸੀਂ ਮਰਨ ਤੋਂ ਡਰਾਂਗੇ ਫਿਰ ਬਚ ਜਾਵਾਂਗੇ। ਜੇ ਕਬੂਤਰ ਨੇ ਅੱਖਾਂ ਮੀਚ ਲੀਆਂ, ਬਿੱਲੀ ਛੱਡ ਦੂ। ਜੇ ਅਸੀਂ ਮੌਤ ਨੂੰ ਯਾਦ ਰੱਖਾਂਗੇ, ਮੌਤ ਛੱਡ ਦੂ। ਉਹ ਨਹੀਂ ਪਾਈਏ ਤਾਂ ਕਹਾਣੀਆਂ ਨੇ ਸਾਡੀ ਮੱਤ ਦੀਆਂ, ਸੰਸਾਰੀ ਦੀਆਂ। ਇਹ ਤਾਂ ਕੋਈ ਗੱਲਾਂ ਅਲਪ ਲੱਲੀਆਂ, ਕੰਭ ਨਾ ਆਵੇ। ਇਹ 'ਚ ਕੁਛ ਨਹੀਂ ਨਿਕਲਦਾ ਹੈਗਾ। ਜੇ ਅਸੀਂ ਗੁਰ ਸ਼ਬਦ ਵਿਚਾਰਾਂਗੇ ਤਾਂ ਬਹੁਤ ਕੁਛ ਨਿਕਲਦਾ। ਮਤ ਮੇ ਰਤਨ ਜਵਾਹਰ ਮਾਣਕ ਜੀ, ਇੱਕ ਗੁਰ ਕੀ ਸਿੱਖ ਸੁਣੀ। ਇਹ ਸੁਣਨੀ ਹੈ ਭਾਈ ਬਾਣੀ, ਫਿਰ ਸਾਨੂੰ ਸਮਝ ਆਉਣਾ ਗੋਪੀਆਂ ਕੀ ਹੈ। ਗੋਪੀ ਸੁਰਤੀ ਨੇ
ਮਨ ਨੂੰ ਪਹਿਰਿਆ ਹੋਇਆ, ਮਨ ਦੀ ਮੰਨਦੀ ਹੈ ਇਹ। ਜਦੋਂ ਮਨ ਨੂੰ ਜਿੱਤ ਲੈਂਦੀ ਹੈ ਫਿਰ ਵਾਪਸ ਚਲੀ ਜਾਂਦੀ ਹੈ ਆਪਦੇ ਘਰ ਨੂੰ। ਆਤਮਾ ਪ੍ਰਾਤਮਾ ਇੱਕੋ ਕਰੇ ਅੰਤਰਗੀਤ ਵਿਦਾ ਅੰਤਰ ਕਰੇ। ਫਿਰ ਦੇਵਲੋਕ ਪਹੁੰਚ ਜਾਂਦੀ। ਜਿਹੜੀ ਗਲਤੀ ਕੀਤੀ ਸੀ ਉਹ ਭੁਗਤ ਕੇ ਫਿਰ ਵਾਪਸ ਚਲੀ ਜਾਂਦੀ। ਆਪਣਾ ਹੱਥੀਂ ਆਪਣਾ ਆਪੇ ਕਾਸ ਵਾਰੀ ਅੱਗੇ ਆ ਜਾਣਾ ਆਪਾਂ। ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ, ਗਹਿਣੇ ਪਾਉਣ ਪਾਣੀ ਵੇ ਸੰਤਰ ਚੰਦ ਸੂਰਜ ਅਵਤਾਰ। ਗਹਿਣੇ ਕਿਹੜੇ ਪਾ ਲਏ ਗੋਪੀਆਂ ਨੇ? ਸਰੀਰ ਕਾਹਦਾ ਸਰੀਰ ਹੈ? ਪੌਣ ਪਾਣੀ ਅਗਨੀ ਕਾ ਸਰੀਰ ਆ। ਤ੍ਰਿਸ਼ਨਾ ਦੀ ਅਗਨੀ ਹਵਾ ਪਾਣੀ ਕਰਕੇ ਸਰੀਰ ਆ। ਇਹ ਪਾਇਆ ਗੋਪੀ ਨੇ। ਇਹ ਗਹਿਣੇ ਨੇ। ਇਹਦੇ ਗਹਿਣੇ ਕਿਹੜੇ ਪਾਉਣੇ ਸੀ? ਗੁਣਾਂ ਦੇ। ਨਿਰਭਉ ਹੋਣਾ ਸੀ, ਨਿਰਵੈਰ ਹੋਣਾ ਸੀ, ਅਕਾਲ ਮੂਰਤ ਹੋਣਾ ਸੀ, ਅਜੂਨੀ ਹੋਣਾ ਸੀ। ਗਹਿਣੇ ਆ ਪਾ ਲਏ ਸਰੀਰ ਦੇ। ਕਿਵੇਂ ਛੁੱਟੂ ਫਿਰ? ਇਹ ਤਾਂ ਛੁੱਟਣਾ ਪਾਈ। ਹੁਣ ਆਪਾਂ ਕਿਵੇਂ ਛੁੱਟਾਂਗੇ? ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹ ਛੁੱਟਣਗੇ ਜਿਹੜੇ ਭਗਤੀ ਕਰਨਗੇ। ਇੱਕ ਭਗਤੀ ਵੱਖਰੀ ਹੈ ਸੰਸਾਰ 'ਚ। ਆਪਾਂ ਇਹ ਕੰਮਕਾਰ ਕਰਦੇ ਹੋਏ ਵੀ ਕਰ ਸਕਦੇ ਹਾਂ। ਹੱਥ ਪਾਉ ਕਾਮ ਕਰ ਸਭ ਚੀਤ ਨਿਰੰਜਨ ਨਾਲ। ਇਹ ਧਿਆਨ ਦਾ ਵਿਸ਼ਾ ਵਾ। ਧਿਆਨ ਕਿਵੇਂ ਲੱਗੂ? ਪਹਿਲਾਂ ਗਿਆਨ ਹੋ। ਉਹੀ ਤਾਂ ਬਾਣੀ ਗਿਆਨ ਕਰਾਉਂਦੀ ਆ ਆਪਾਂ। ਮੇ ਯੁਗ ਮੇ ਇੱਕ ਇੱਕ ਆਇਆ। ਉਹ ਇੱਕ ਹੋਣ ਤੂੰ ਆਇਆ ਵਾ। ਤੂੰ ਮਾਇਆ ਦੇ ਰਿਸ਼ਤੇ ਬਣਾਈ ਜਾਂਦਾ ਵਾ। ਜਿਹੜੇ ਪਿੱਛੇ ਅਸੀਂ ਸਰੀਰ ਛੱਡ ਕੇ ਆਏ ਉਹ ਰਿਸ਼ਤੇ ਫਿਰ ਕਿੱਥੇ ਚਲੇ ਗਏ? ਫਿਰ ਤਾਂ ਜੇ ਉਹ ਗਿਣ ਲੱਗ ਜਾਂਗੇ ਫਿਰ ਤਾਂ ਆਪਣਾ ਖਹਿੜਾ ਹੀ ਨਹੀਂ ਛੁੱਟਣਾ। ਤਾਂ ਪਹਿਲੇ ਹੀ ਨਹੀਂ ਛੁੱਟਦਾ ਹੈਗਾ। ਕਿੱਥੇ ਕਿੱਥੇ ਆਪਾਂ ਘੁੰਮ ਕੇ ਆਏ। ਕਦ ਕੀ ਮਾਂ ਬਾਪ ਕਦ ਕੇਰਾ ਕਿੱਥੋਂ ਥਾਊ ਹਮ ਆਏ। ਕਿੱਥੋਂ ਆਏ ਕੋਈ ਪਤਾ ਨਹੀਂ। ਫਿਰ ਵੀ ਨਹੀਂ ਛੱਡਦੇ। ਕਿਉਂ ਨਹੀਂ ਛੱਡਦੇ? ਗਿਆਨ ਨਹੀਂ ਹੈਗਾ। ਹੁਣ ਆਪਾਂ ਗਿਆਨ ਲੈਣਾ ਭਾਈ। ਇਹ ਪਹਿਲਾ ਪਦਾਰਥ ਆ ਆਪਣਾ। ਫਿਰ ਆਪਣਾ ਸੰਸਾਰ 'ਚੋਂ ਛੁਟਕਾਰਾ ਹੋਣਾ। ਤਿੰਨ ਲੋਕਾਂ ਦਾ ਗਿਆਨ ਹੋਣਾ ਆਪਾਂ ਨੂੰ। ਇਹ ਮਾਇਆ ਪਾਰ ਕਰਨੀ ਹੈ। ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਸਿੱਖ ਬਣਨਾ ਹੈ। ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਵੇ ਪਾ। ਫਿਰ ਨਦਰ ਹੋਣੀ ਹੈ ਜਦੋਂ ਵਿਚਾਰ ਕਰਾਂਗੇ। ਕੱਲ੍ਹ ਵੀ ਆਪਾਂ ਵਿਚਾਰਿਆ ਸੀਗਾ, ਨਦਰ ਕਰੀ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਜੇ ਸ਼ਬਦ ਨੂੰ ਵਿਚਾਰਾਂਗੇ ਫਿਰ ਨਦਰ ਹੋਣੀ ਹੈ। ਨਹੀਂ ਹੋਣੀ ਹੈਗੀ। ਇਹੀ ਤਾਂ ਲੈਣੀ ਆ ਆਪਾਂ। ਹੂੰ ਆਇਆ ਦੂਰੋਂ ਚੱਲ ਕੇ ਤੱਕੀ ਤੋਂ ਸ਼ਰਨ ਆਏ ਜੀਓ। ਮੈਂ ਆਸਾ ਰੱਖੀ ਚਿੱਤ ਮੇਂ ਮੇਰਾ ਸਭੋ ਦੁੱਖ ਗਵਾਏ ਜੀਓ। ਜਿਹੜੇ ਸੰਸਾਰੀ ਰਸਤੇ ਇਹ ਕੀ ਹੈ? ਫਿਰ ਜ਼ਹਿਰ ਬਣ ਜਾਣੇ ਨੇ। ਦੇਖ ਫਰੀਦਾ ਜੋ ਥੀਆ ਸ਼ੱਕਰ ਹੋਈ ਵੇ ਸਾਈਂ ਬਾਜੋਂ ਆਪਣੇ ਵੇਦਨ ਕਹੀਏ ਕਿਸ ਕਿਹਨੂੰ ਕਹੇਗਾ ਭਾਈ? ਫਿਰ ਇਹ ਗੋਪੀ ਸੁਰਤ ਨੇ ਮਨ ਪਹਿਰਿਆ ਸੀ। ਫਿਰ ਮਨ ਨੂੰ ਤਿਆਗ ਦਿੰਦੀ, ਆਪਦੇ ਘਰ ਚਲੀ ਜਾਂਦੀ ਹੈ। ਗਹਿਣੇ ਕਿਹੜੇ ਪਾ ਲਏ ਨੇ? ਆ ਸਰੀਰ ਦਾ ਗਹਿਣਾ ਪਾਇਆ ਹੋਇਆ। ਚੰਦ ਸੂਰਜ ਅਵਤਾਰ। ਆ ਚੰਦਰਮਾ ਸੂਰਜ ਚੰਦਰਵੰਸ਼ੀ ਕ੍ਰਿਸ਼ਨ ਸੂਰਜਵੰਸ਼ੀ ਰਾਮ ਕਹਾਣੀਆਂ ਬਣ ਗਈਆਂ, ਪ੍ਰਸੰਗ ਬਣ ਗਏ। ਚੰਦਰਮਾ ਮਨ ਨੂੰ ਕਹਿੰਦੇ ਆ ਬਾਣੀ ਵਿੱਚ। ਚੰਦਰਮੇ ਦੀ ਲਾਈਟ ਨਹੀਂ ਹੁੰਦੀ। ਸੂਰਜ ਦੇ ਮੂਹਰੇ ਜਦੋਂ ਆਉਂਦਾ ਹੈ ਨਾ ਉਦੋਂ ਇੱਕ ਦੂਜੇ ਉਹਦੇ ਨਾਲ ਜੁੜ ਗਏ। ਉਹ ਬੜੇ ਸਿਆਣਿਆਂ ਨੇ ਉਹ ਬਣਾ ਤੇ। ਉਹ ਸੰਸਾਰੀ ਨੇ। ਉਹ ਸਰੀਰ ਕਰਕੇ ਪੱਖ ਨੇ। ਉਹ ਸਰੀਰ ਕਰਕੇ ਅੰਮ੍ਰਿਤ ਵੇਲਾ ਵਾ। ਉਹਦੇ ਨਾਲ ਅਸੀਂ ਜੁੜਿਆ ਹੋਏ ਹਾਂ ਸਾਰੇ ਜਿੰਨਾ ਵੀ ਸੰਸਾਰ ਹੈ। 15 ਤਿੱਥ 7 ਵਾਰ ਕਹੋ ਕਬੀਰ ਉਰ ਵਾਰ ਨਾ ਪਾਰ ਬਾਰ। ਹਾਰ ਪਾਰ ਦਾ ਤਾਂ ਗਿਆਨ ਹੈ ਹੀ ਨਹੀਂ। ਇੱਥੇ ਦਾ ਵੀ ਨਹੀਂ ਹੈਗਾ। ਪਾਰ ਦਾ ਤਾਂ ਕਿੱਥੇ ਹੋਣਾ? ਉਹ ਕਿਵੇਂ ਹੋਊ? ਗੁਰ ਸ਼ਬਦ ਦੇ ਗਿਆਨ ਨਾਲ। ਕੀ ਸਮਝਾਉਂਦੇ ਆ ਸਤਿਗੁਰ? ਚੰਦ ਸੂਰਜ ਅਵਤਾਰ। ਮਨ ਚੰਦਰਮਾ ਹੈ। ਸਸ ਘਰ ਸੂਰ ਸਮਾਵੈ। ਜਦੋਂ ਸੂਰਜ ਦੇ ਸਾਹਮਣੇ ਰੌਸ਼ਨੀ ਦੇ ਸਾਹਮਣੇ ਚੰਦਰਮਾ ਹੁੰਦਾ, ਭੋਰ ਹੁੰਦਾ, ਉਹ ਪੁੰਨਿਆ ਹੈ। ਉਹ ਕਿਵੇਂ ਹੋਊਗੀ? ਇਹ ਤਾਂ ਰੋਜ਼ ਹੀ ਆ ਜਾਂਦੀ ਆ। ਇਹ ਤਾਂ ਸਾਲ 'ਚ ਪਤਾ ਨਹੀਂ ਕਿੰਨੀ ਵਾਰੀ ਆਉਂਦੀ। ਉਹ ਕਿੰਨੀ ਵਾਰੀ ਬਣਾਈ ਜਾਂਦੇ ਆਪਦੀਆਂ ਮੱਤਾਂ ਨਾਲ। ਜੋ ਜਗਤ ਮੈਂ ਪਿਆ ਸਿਆਣਾ ਤਿੰਨ ਤਿੰਨ ਆਪਣਾ ਰਾਹੋ ਚਲਾਣਾ। ਜਦੋਂ ਇੱਕ ਹੋ ਜਾਂਦੇ ਨੇ, ਇੱਕ ਹੋਣਗੇ। ਜਦੋਂ ਗਹਿਣੇ ਲਾਓ ਗੋਪੀ ਹੁਣ ਤਾਂ ਇਹੀ ਗਹਿਣਿਆਂ ਨੂੰ ਪਿਆਰ ਕਰਦੀ ਹੈ। ਸਰੀਰ ਨੂੰ ਪਿਆਰ ਕਰਦੇ ਹਾਂ ਅਸੀਂ। ਇਹ ਸਰੀਰ ਨੂੰ ਕੋਈ ਤਕਲੀਫ ਨਾ ਹੋਵੇ ਬੜੇ ਬੜੇ ਸਾਧਨ ਬਣਾ ਲਏ। ਆਤਮਾ ਨੂੰ ਤਕਲੀਫ ਹੋਈ ਜਾਂਦੀ ਹੈ। ਉਹਦਾ ਗਿਆਨ ਨਹੀਂ ਆਪਾਂ ਨੂੰ ਹੈਗਾ। ਗਤੀ ਆਤਮਾ ਦੀ ਹੋਣੀ, ਸਰੀਰ ਦੀ ਕਰੀ ਜਾਂਦੇ ਆ। ਚੰਦ ਸੂਰਜ ਅਵਤਾਰ। ਸਗਲੀ ਧਰਤੀ ਮਾਲ ਧਨ ਬਰਤਨ ਸਰਬ ਜੰਜਾਲ। ਕੁਦਰਤ ਨੇ ਬਣਾਈ ਹੈ। ਪਿੱਛੇ ਪੜ੍ਹੇ ਆਪਾਂ। ਭੈ ਵਿੱਚ ਧਰਤੀ ਦੱਬੀ ਭਾਰ ਹੁਕਮ 'ਚ ਖੜੀ ਹੈ। ਸਾਰੇ ਸੰਸਾਰ ਨੂੰ ਬਰਤਨ ਖਾਤਰ ਦੇ ਦਿੱਤੀ। ਲਿਜਾਣ ਨੂੰ ਨਹੀਂ ਦਿੱਤੀ, ਬਰਤਨ ਖਾਤਰ ਦਿੱਤੀ ਆਪਾਂ ਨੂੰ। ਉਹ ਸਮਝਣਾ ਸੀ, ਆਪਾਂ ਸਮਝਿਆ ਨਹੀਂ। ਇਹ ਤੋਂ ਕੋਈ ਕੁਛ ਨਹੀਂ ਲਿਜਾ ਸਕਦਾ। ਪਰ ਜੰਜਾਲ ਹੈ, ਇਹ ਤੋਂ ਬਚ ਕੇ ਨਿਕਲਣਾ। ਜਿਵੇਂ ਜਾਨਵਰ ਚੋਗਾ ਚੁਗਦੇ ਨੇ, ਸ਼ਿਕਾਰੀ ਤੋਂ ਬਚ ਕੇ ਚੁਗ ਜਾਂਦੇ ਨੇ। ਇਹ ਆਪਾਂ ਸ਼ਿਕਾਰ ਕਾਲ ਤੋਂ ਬਚਣਾ ਵਾ। ਚੋਗਾ ਤਾਂ ਚੁਗਣਾ। ਧਿਆਨ ਕਿੱਧਰ ਰੱਖਣਾ? ਸਾਂਸ ਸਾਂਸ ਸਿਮਰੋ ਗੋਬਿੰਦ ਉੱਧਰ ਰੱਖਣਾ ਵਾ। ਫਿਰ ਇੱਧਰੋਂ ਧਿਆਨ ਘਟੂਗਾ। ਨਹੀਂ ਤਾਂ ਇਹ 'ਚ ਫਸਾਂਗੇ ਆਪਾਂ। ਤਈਆਂ ਸਵਾਦਾਂ 'ਚ ਫਸ ਜਾਂਦੇ। ਅੱਖੀਂ ਵੇਖ ਨਾ ਰੱਜੀਆਂ ਵੋ ਰੰਗ ਤਮਾਸੇ। ਉਸਤਤ ਨਿੰਦਾ ਕੰਨ ਸੁਣ ਰੋਪਣ ਪੈ ਹਾਸੇ। ਸਵਾਦੀ ਜੀਵਨ ਰੱਜੀਆਂ ਕਰ ਭੋਗ ਵਿਲਾਸੇ। ਰੱਜ ਨਾ ਕੋਈ ਜੀਵਿਆ ਘੋੜੇ ਪ੍ਰਵਾਸੇ। ਫਿਰ ਕਿਸੇ ਦਾ ਜਾਣ ਨੂੰ ਜੀਅ ਨਹੀਂ ਕਰਦਾ। ਸਾਡਾ ਜਾਣ ਨੂੰ ਜੀਅ ਨਹੀਂ ਕਰਦਾ ਤਾਂ ਕੀ ਹੋ ਗਿਆ? ਕਾਲ ਨੇ ਤਾਂ ਆ ਜਾਣਾ। ਫਿਰ ਸਮਾਂ ਆ ਗਿਆ।
ਸੰਬਤ ਸਾਹਾ ਲਿਖਿਆ ਤਾਂ ਲਿਖਿਆ ਗਿਆ ਬਾਇਓਡਾਟਾ ਜਦੋਂ ਸਾਡਾ ਸੰਸਾਰ 'ਚ ਪਹਿਲਾ ਸਾਹ ਆਉਂਦਾ ਹੈ, ਲਿਪ ਛੁੜਕੀ ਲੱਗੀ ਤ੍ਰਿਸ਼ਨਾ, ਉਹ ਸਾਰਾ ਬਾਇਓਡਾਟਾ ਲਿਖ ਕੇ ਹੀ ਆਉਂਦਾ, ਕੋਈ ਇਹਨੂੰ ਕੱਟ ਨਹੀਂ ਸਕਦਾ ਹੈਗਾ, ਇਹ ਆਪ ਹੀ ਕੱਟਣਾ ਆਪਾਂ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਖ ਲਓ ਭਾਈ, ਫਿਰ ਵਾਪਸ ਜਾਣਾ ਆਪਾਂ ਸਰੀਰ 'ਚ ਰਹਿੰਦਿਆਂ। ਇਹੀ ਤਾਂ ਭਗਤੀ ਹੈ, ਤਿਆਗ ਕਰਨਾ ਇਹਦਾ, ਆਪਦੀ ਮੱਤ ਨਾਲ ਨਹੀਂ, ਗੁਰ ਕੀ ਮੱਤ ਲੈ ਕੇ। ਕੀ ਸਮਝਾਉਂਦੇ ਨੇ ਸਤਿਗੁਰ? ਸਗਲੀ ਧਰਤੀ ਮਾਲ ਧਨ ਬਰਤਨ ਸਰਬ ਜੰਜਾਲ, ਜਿੰਨਾ ਮਾਲ ਧਨ ਦੇਤਾ ਇਹਨੂੰ ਵਰਤਨ ਖਾਤਰ, ਇਹ ਇੱਥੇ ਲੜਾਈ ਕਰਨ ਲੱਗ ਗਿਆ। ਬਰਤਨ ਖਾਤਰ ਦਿੱਤਾ ਸੀਗਾ, ਜਿੰਨਾ ਕਿਸੇ ਦਾ ਬਣਦਾ ਸੀਗਾ, ਸਮੇਂ ਅਨੁਸਾਰ ਉਹ ਦੇ ਹੀ ਰਿਹਾ ਵਾ। ਅਨੇਕਾਂ ਉਪਦੇਸ਼ ਪਏ ਨੇ ਆਪਣੇ ਕੋਲ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਈ ਖਾਏ। ਜਿਹੜਾ ਦੇ ਰਿਹਾ ਉਹਦੀ ਬੇਨਤੀ ਕਰੋ, ਉਹਦੇ ਅੱਗੇ ਹੱਥਾਂ ਜੋੜੀ ਕਰੋ, ਫਿਰ ਜੇ ਲੋੜ ਆ ਤਾਂ। ਉਹਦਾ ਆਪਾਂ ਨੂੰ ਗਿਆਨ ਨਹੀਂ ਹੈਗਾ। ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾਂ ਜੁਗੰਤਰ ਖਾਈ ਖਾਏ। ਜਦ ਦਾ ਜੁਗ ਸਮਾਂ ਸ਼ੁਰੂ ਹੋਇਆ, ਸ੍ਰਿਸ਼ਟੀ ਸ਼ੁਰੂ ਹੋਈ, ਜਦ ਹੀ ਦੇ ਰਿਹਾ, ਕਿਸੇ ਨੂੰ ਪੁੱਛ ਕੇ ਦੇ ਰਿਹਾ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿੰਦੇ ਟੋਟ ਨਾ ਆਵੀ, ਅਗਨਤ ਭਰੇ ਭੰਡਾਰ। ਮੁੱਕਿਆ ਕੁਛ ਨਹੀਂ ਮੁੱਕਿਆ, ਪਰ ਅਸੀਂ ਅਗਿਆਨੀ ਹੈ, ਉਹ ਤੋਂ ਮੰਗਣਾ ਸੀ। ਸਭ ਕੁਝ ਤੁਧ ਤੇ ਮੰਗਣਾ, ਬੜ ਭਾਗੀ ਪਾਵੇ। ਵੱਡੇ ਭਾਗਾਂ ਵਾਲੇ ਨੇ ਜਿਹੜੇ ਸਾਰਾ ਕੁਛ ਉਹ ਤੋਂ, ਨਾਮ ਵੀ ਸੰਸਾਰੀ ਤੇ ਦਾਤ ਮੰਗਣੀ ਨਹੀਂ ਹੈਗੀ, ਉਹ ਤਾਂ ਦੇ ਹੀ ਰਿਹਾ ਵਾ, ਪਰ ਸਾਨੂੰ ਗਿਆਨ ਨਹੀਂ ਹੁੰਦਾ, ਅਸੀਂ ਤਾਂ ਮੰਗਦੇ ਹਾਂ, ਦੁੱਖ ਬੀਜਦੇ ਹਾਂ। ਬਿਨ ਤੁਧ ਜੇ ਹੋਰ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ, ਨਾਮ ਸੰਤੋਖੀ ਉਤਰੇ ਮਨ ਕੀ ਭੁੱਖ। ਮਨ ਦੀ ਭੁੱਖ ਨਾਮ ਹੈ, ਮੰਗੀ ਜਾਂਦੇ ਮਾਇਆ ਸਾਡੀ ਮੱਤ ਨਾ ਆਉਂਦੀ ਹੈ, ਫਿਰ ਤਾਂ ਸਾਰੇ ਮੰਗ ਲੈਣਗੇ ਭਾਈ, ਫਿਰ ਤਾਂ ਗਰੀਬ ਹੋਣਾ ਹੀ ਨਹੀਂ ਕੋਈ। ਜੇ ਧਨ ਕੋ ਚਾਰ ਕੋ ਟੁੱਟਤਾਵੇ, ਸੋ ਧਨ ਹਰ ਸੇਵਾ ਤੇ ਪਾਵੇ। ਉਹ ਵੀ ਉਹਦੀ ਕਿਰਪਾ ਨਹੀਂ ਮਿਲ ਰਿਹਾ ਭਾਈ, ਸਰੀਰਕ ਸੁੱਖ ਵੀ ਉਹਦੀ ਕਿਰਪਾ ਨਹੀਂ ਮਿਲ ਰਹੇ ਨੇ, ਨਾਮ ਵੀ ਉਹਦੀ ਕਿਰਪਾ ਨਾਲ ਮਿਲਣਾ, ਸਾਰਾ ਕੁਛ ਉਹਦੀ ਕਿਰਪਾ 'ਤੇ। ਜਦੋਂ ਬਣਾਇਆ ਹੀ ਸਾਰਾ ਕੁਛ ਉਹਦੀ ਕਿਰਪਾ 'ਤੇ ਹੀ ਖੜਾ, ਸਾਡਾ ਇਹ 'ਚ ਕੀ ਹੈ? ਕੁਛ ਵੀ ਨਹੀਂ, ਇਹ ਤਾਂ ਵਰਤਣ ਨੂੰ ਦਿੱਤਾ ਆਪਾਂ ਨੂੰ। ਸਤਿਗੁਰ ਸਮਝਾਉਂਦੇ ਨੇ, ਸਗਲੀ ਧਰਤੀ ਮਾਲ ਧਨ ਬਰਤਨ ਸਰਬ ਜੰਜਾਲ, ਨਾਨਕ ਮੂਚੇ ਗਿਆਨ ਵਿਹੂਣੀ, ਖਾਏ ਗਿਆ ਜਮਕਾਲ। ਪਰ ਜਮਕਾਲ ਇਹਨੂੰ ਖਾਈ ਜਾ ਰਿਹਾ, ਜਮ ਛੱਡਦੇ ਹੀ ਨਹੀਂ ਹੈਗੇ। ਕਿਉਂ ਨਹੀਂ ਛੱਡਦਾ ਜਮ? ਸਾਨੂੰ ਗਿਆਨ ਨਹੀਂ, ਗਿਆਨ ਤੋਂ ਬਿਨਾਂ ਡੁੱਬੀ ਜਾਂਦੇ। ਸਾਰੇ ਜਿੰਨੇ ਵੀ ਆਉਂਦੇ ਨੇ ਜੰਮਣ ਮਰਨ ਜਾਈ ਜਾਂਦੇ ਨੇ, ਭੈਵੇਂ ਆਵੇ ਜਾਵੇ ਪੂਰ, ਪੂਰਾਂ ਦੇ ਪੂਰ ਆਉਂਦੇ ਨੇ, ਚਲੇ ਜਾਂਦੇ ਨੇ। ਬਦੀ ਸੁਭਜਗ ਨਾਨਕਾ, ਸੱਚਾ ਵੇਖੇ ਸੋਈ, ਅੱਗੇ ਆਪਾਂ ਨੂੰ ਆ ਜਾਣਾ। ਸਭ ਨੇ ਸਾਲਾਂ ਮਾਰੀਆਂ, ਕਰਤਾ ਕਰੇ ਸੋਈ। ਸਾਰੇ ਸਾਲਾਂ ਮਾਰ ਕੇ ਚਲੇ ਜਾਂਦੇ ਨੇ। ਜਦੋਂ ਅਸੀਂ ਉੱਠਦੇ ਹਾਂ, ਸਾਡੀ ਸੁਰਤ ਬ੍ਰੇਨ 'ਚ ਆਉਂਦੀ ਹੈ, ਸਿੱਧਾ ਹੁਕਮ ਨਾਲ ਟਕਰਾਓ, ਹੁਕਮ ਦਾ ਵਿਰੋਧ ਕਰਦੀ ਹੈ, ਵੱਜਦੀ ਹੈ ਸਾਰੀ ਸ੍ਰਿਸ਼ਟੀ। ਪਰ ਕੁਦਰਤ ਕਿਰਪਾ ਰਹਿਮਤ ਕਰ ਰਹੀ ਹੈ, ਸਾਰਿਆਂ ਨੂੰ ਗਿਆਨ ਦੇ ਰਹੀ ਹੈ, ਭਰ ਕੇ ਪੂਰਾ ਕਰ ਰਿਹਾ ਵਾ। ਤਾਂ ਹੀ ਇੱਥੇ ਤੱਕ ਪਹੁੰਚ ਗਏ ਆਪਾਂ। ਉਹੀ ਸਤਿਗੁਰਾਂ ਨੇ ਸਮਝਾਇਆ, ਘੜੀਆਂ ਸਭੇ ਗੋਪੀਆਂ, ਸੁਰਤੀਆਂ ਨੂੰ ਘੜ ਘੜ ਕੇ ਹੀ ਲਿਆ ਰਿਹਾ ਇੱਥੇ ਤੱਕ। ਤਾਂ ਤੈਨੂੰ ਹੀਰਾ ਜਨਮ ਕਿਹਾ। ਰੈਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਹ 'ਚ ਰੌਸ਼ਨੀ ਪੈਦਾ ਹੋਣੀ ਸੀ, ਲਾਈਟ ਪੈਦਾ ਹੋਣੀ ਸੀਗੀ। ਜਿਵੇਂ ਹੀਰੇ ਦੀ ਲਾਈਟ ਹੁੰਦੀ ਹੈ, ਲਾਲ ਦੀ ਲਾਈਟ ਹੁੰਦੀ ਹੈ, ਇਵੇਂ ਬਾਣੀ 'ਚੋਂ ਲਾਈਟ ਪੈਦਾ ਹੁੰਦੀ ਹੈ ਭਾਈ। ਪ੍ਰਕਾਸ਼, ਚਾਨਣ, ਹਨੇਰਾ ਗਾਇਬ ਹੋ ਜਾਂਦਾ, ਭਰਮ। ਗੁਰਪ੍ਰਸਾਦ ਭਰਮ ਕਾ ਨਾਸ, ਸਾਰਾ ਭਰਮ ਖਤਮ, ਆਤਮਾ ਜਾਗ ਜਾਂਦੀ ਹੈ। ਬਾਣੀ ਜਗਾਉਂਦੀ ਹੈ ਆਪਾਂ ਨੂੰ। ਪਰ ਕੌਣ ਜਾਗਣਗੇ? ਗੁਰ ਕਿਰਪਾ ਤੇ ਸੇ ਜਨ ਜਾਗੇ, ਬੋਲੇ ਅੰਮ੍ਰਿਤ ਬਾਣੀ। ਉਹਨਾਂ ਦਾ ਅੰਮ੍ਰਿਤ ਵੇਲਾ ਹੋ ਗਿਆ ਭਾਈ, ਉਹੀ ਤਾਂ ਗੁਰੂ ਕਾ ਜਸ ਕਰਦੇ ਨੇ। ਆਪਣਾ ਕਦੋਂ ਹੋਊਗਾ? ਆਪਾਂ ਵੀ ਕਮਾਈ ਕਰਨੀ ਹੈ, ਆਪਾਂ ਵੀ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲ ਕੇ ਬਾਣੀ ਨੂੰ ਸੱਤ ਕਰਕੇ ਮੰਨਣਾ। ਫੇਰ ਹੀ ਪਤਾ ਲੱਗੂ ਸਾਨੂੰ ਗੋਪੀਆਂ ਕੀ ਨੇ, ਕਾਨ ਕੀ ਹੈ, ਕ੍ਰਿਸ਼ਨ ਕੌਣ ਹੈ, ਰਾਮ ਕੌਣ ਹੈ, ਤ੍ਰੇਤਾ ਕੀ ਸੀ, ਦੁਆਪਰ ਕੀ ਸੀ, ਚਾਰ ਖਾਣੀਆਂ ਕੀ ਨੇ, ਚਾਰ ਬਾਣੀਆਂ ਕੀ ਨੇ, ਚਾਰ ਪਦਾਰਥ ਕੀ ਨੇ, ਚਾਰ ਲਾਵਾਂ ਕੀ ਨੇ। ਕਿਵੇਂ ਪਤਾ ਲੱਗੂ ਸਾਨੂੰ ਜੇ ਅਸੀਂ ਗੁਰਬਾਣੀ ਨੂੰ ਵਿਚਾਰਾਂਗੇ? ਚਾਰ ਪਦਾਰਥ ਨੇ ਭਾਈ, ਇਹ ਪ੍ਰਾਪਤ ਕਰਨੇ ਆਪਾਂ। ਸੁਖਮਨੀ ਸਾਹਿਬ ਬਹੁਤ ਲੋਕ ਪੜ੍ਹਦੇ ਨੇ। ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਨਾਂ ਕੀ ਸੇਵਾ ਲਾ ਕੇ। ਸਾਧ ਜਨਾਂ ਦੀ ਸੇਵਾ ਬਾਣੀ ਹੈ ਭਾਈ। ਜਿਵੇਂ ਸਾਨੂੰ ਉਪਦੇਸ਼ ਦਿੱਤਾ ਹੋਵੇ, ਅਸੀਂ ਧਾਰਨੀ ਬਣਨਾ, ਉਹਦੇ ਤਿਆਗ ਕਰਨਾ ਹੈ, ਪਹਿਰਾ ਦੇਣਾ ਹੈ। ਅਤੇ ਪ੍ਰਭ ਕੇ ਸਿਮਰਨ ਜਪ ਤਪ ਪੂਜਾ, ਪ੍ਰਭ ਦੇ ਸਿਮਰਨ ਸੋਝੀ ਨਾਲ ਸਾਡਾ ਜਪ ਹੋ ਰਿਹਾ ਅਤੇ ਸੋਝੀ ਹੋ ਰਹੀ ਹੈ। ਤਪ ਮਨ ਨੂੰ ਘੂਰ ਕੇ ਰੱਖਣਾ। ਜਿਹੜੀ ਗੋਪੀ ਨੇ ਮਨ ਕਾਨ ਦੇ ਪਿੱਛੇ ਲੱਗੀ, ਕਾਨੇ ਦੇ ਮਨ ਨੂੰ ਜਿੱਤਣਾ ਕਿਵੇਂ ਕਰਾਂਗੇ ਫਿਰ ਅਸੀਂ? ਇਹ ਚਾਰ ਪਦਾਰਥ ਸਾਨੂੰ ਕਿਵੇਂ ਮਿਲਣਗੇ? ਇਹ ਗੁਰੂ ਦੀ ਕਿਰਪਾ ਨਾਲ ਮਿਲਣੇ ਆ ਭਾਈ। ਉਹ ਕਿਰਪਾ ਲੈਣੀ ਹੈ। ਚਾਰ ਪਦਾਰਥ ਜੇ ਕੋਈ ਮੰਗੇ, ਜੇ ਕਿਸੇ ਦੇ ਅੰਦਰ ਇੱਛਾ ਹੈ, ਪਹਿਲਾ ਗਿਆਨ, ਫਿਰ ਮੁਕਤੀ,
ਫਿਰ ਨਾਮ ਦੀ ਭਗਤੀ ਦੇਵਲੋਕ। ਜਿਹੜੀ ਗੋਪੀ ਸੁਰਤ ਨੇ ਸਰੀਰ ਦਾ ਕੱਪੜਾ ਪਹਿਰਿਆ ਸੀ, ਫਿਰ ਇਹ ਛੱਡ ਜਾਂਦੀ। ਨੰਗਾ ਦੋ ਚੱਕ ਚਾਲਿਆ ਤਾਂ ਦਿਸੇ ਖਰੇ ਡਰਾਵਣਾ, ਉਹ ਵੀ ਇਹੀ ਗੱਲ ਹੈ ਭਾਈ। ਨੰਗੀਆਂ ਨੇ ਆਤਮਾ, ਕੱਪੜਾ ਮਿਲਿਆ ਨਹੀਂ। ਕੱਪੜਾ ਸੱਚ ਦਾ ਮਿਲਣਾ, ਜਿਹੜਾ ਦ੍ਰੋਪਦੀ ਨੂੰ ਦਿਖਾਉਂਦੇ ਨੇ ਕ੍ਰਿਸ਼ਨ ਦੀ ਸਾੜੀ, ਉਹ ਤਾਂ ਪ੍ਰਸੰਗ ਨੇ ਬਾਹਰਲੇ ਭਾਈ। ਸੱਚ ਆਹ ਵਾ, ਸੱਚ ਖਾਣਾ, ਸੱਚ ਪਹਿਨਣਾ। ਹਾਲੇ ਸੱਚ ਦਾ ਗਿਆਨ ਹੀ ਨਹੀਂ ਹੋਇਆ। ਆਤਮਾ ਦਾ ਭੁੱਖੀ ਆਤਮਾ ਨੂੰ ਖੁਰਾਕ ਹੀ ਨਹੀਂ ਮਿਲੀ, ਕਿਵੇਂ ਸਾਰੀ ਇਹ ਖੇਲ ਸਮਝ ਆਊਗੀ। ਆਓ ਸਾਰੇ ਨੂੰ ਮਿਲ ਕੇ ਵਿਚਾਰਦੇ ਰਹੀਏ। ਇਹ ਚਾਰ ਪਦਾਰਥਾਂ ਦੀ ਆਪਾਂ ਪ੍ਰਾਪਤੀ ਕਰਨੀ ਹੈ, ਉਹਦੀ ਨਜ਼ਰ ਤੋਂ ਬਿਨਾਂ ਨਹੀਂ ਆਪਾਂ ਨੂੰ ਮਿਲਣੇ। ਇਹ ਕੋਈ ਨਹੀਂ ਦੇ ਸਕਦਾ, ਸਮਝਾ ਸਕਦਾ ਵਾ। ਜਨ ਆਵਨ ਕਾ ਇਹ ਸੁਭਾਓ, ਜਨ ਕੇ ਸੰਗ ਚਿੱਤ ਆਵੇ ਨਾ। ਉਹ ਸਮਝਾ ਸਕਦੇ ਨੇ। ਅਰਦਾਸ ਵੀ ਕਰਦੇ ਆਪਾਂ ਗੁਰੂ ਘਰਾਂ 'ਚ ਰੋਜ਼, ਸਹੀ ਪਿਆਰਿਆਂ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ। ਚੜ੍ਹਦੀ ਕਲਾ ਹੈ ਭਾਈ, ਆਪਦੇ ਘਰ ਪਹੁੰਚ ਜਾਣਾ। ਆਪਾਂ ਨੂੰ ਪਤਾ ਵੀ ਨਹੀਂ ਲੱਗਣਾ। ਐਸੀ ਕਰਾਮਾਤ ਹੈ ਗੁਰੂ ਸ਼ਬਦ ਦੇ ਗਿਆਨ 'ਚ। ਦੇਵਲੋਕ ਪਹੁੰਚ ਜਾਂਦੇ, ਜਿੱਥੋਂ ਆਏ ਹਾਂ ਅਸੀਂ ਉੱਥੇ ਫਿਰ ਪਹੁੰਚ ਜਾਂਦੇ। ਫਿਰ ਅੱਗੇ ਦੀ ਸਾਡੀ ਭਗਤੀ ਸ਼ੁਰੂ ਹੁੰਦੀ ਹੈ। ਨਿਰੰਕਾਰ ਕੇ ਦੇਸ ਚਾਹੇ ਤਾਂ ਸੁੱਖ ਲਹੇ ਮਲ, ਉਹ ਅਗਲਾ ਪੜਾਓ ਹੈ। ਉਹ ਜਿਵੇਂ ਜਿਵੇਂ ਆਤਮਾ ਪੌੜੀ ਚੜ੍ਹਦੀ ਹੈ, ਇਹ ਗੋਪੀਆਂ ਆਪਦੇ ਘਰ ਨੂੰ ਜਾਂਦੀਆਂ ਨੇ, ਆਤਮਾ ਉਹਨਾਂ ਨੂੰ ਪਤਾ ਲੱਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।